ਸਤਿ ਸ੍ਰੀ ਅਕਾਲ ਜੀ। ਕਦੇ ਸੋਚਿਆ ਹੈ ਕਿ ਕੀ ਇੱਕ ਮਾਮੂਲੀ ਜਿਹਾ ਆਰਕੀਟੈਕਚਰਲ ਵਿਵਾਦ ਮਤਲਬ ਕਿ ਇੱਕ ਇਮਾਰਤ ਦਾ ਛੋਟਾ ਜਿਹਾ ਝਗੜਾ ਬ੍ਰਿਟਿਸ਼ ਸਾਮਰਾਜ ਵਰਗੀ ਵੱਡੀ ਤਾਕਤ ਦੇ ਖਿਲਾਫ ਇੱਕ ਬਹੁਤ ਹੀ ਤਾਕਤਵਰ ਅਤੇ ਅਹਿੰਸਕ ਵਿਰੋਧ ਦਾ ਰੂਪ ਲੈ ਸਕਦਾ ਹੈ? ਅੱਜ ਦੀ ਇਸ ਖਾਸ ਚਰਚਾ ਵਿੱਚ ਅਸੀਂ ਇਹੀ ਦੇਖਾਂਗੇ ਕਿ ਕਿਵੇਂ ਇੱਟਾਂ ਅਤੇ ਪੱਥਰਾਂ ਦੀ ਇੱਕ ਸਾਧਾਰਣ ਜੀ ਕਹਾਣੀ ਆਸਥਾ ਅਤੇ ਸ਼ਾਂਤਮਈ ਸੰਘਰਸ਼ ਦੀ ਇੱਕ ਮਹਾਨ ਵਿਰਾਸਤ ਬਣ ਗਈ। ਠੀਕ ਹੈ, ਚਲੋ ਇਸ ਵਿੱਚ ਥੋੜਾ ਡੂੰਘਾਈ ਨਾਲ ਜਾਂਦੇ ਹਾਂ। ਜ਼ਰਾ ਸੋਚ ਕੇ ਦੇਖੋ, ਇਹ ਕਿੰਨੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਨਾ ਕਿ ਸਿਰਫ 400 ਫੁੱਟ ਲੰਬੀ ਇੱਕ ਇੱਟਾਂ ਦੀ ਕੰਧ ਉਸ ਬ੍ਰਿਟਿਸ਼ ਸਾਮਰਾਜ ਲਈ ਇੰਨੀ ਵੱਡੀ ਚੁਣੌਤੀ ਕਿਵੇਂ ਬਣ ਸਕਦੀ ਹੈ, ਜਿਸ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਡੁੱਬਦਾ ਸੀ? ਇਹ ਸਵਾਲ ਆਪਣੇ ਆਪ ਵਿੱਚ ਇੱਕ ਵੱਡਾ ਵਿਰੋਧਾਭਾਸ ਹੈ, ਇੱਕ ਕਮਾਲ ਦੀ ਪਹੇਲੀ ਹੈ, ਤੇ ਅੱਜ ਅਸੀਂ ਇਸੇ ਪਹੇਲੀ ਨੂੰ ਸੁਲਝਾਉਣ ਵਾਲੇ ਹਾਂ। ਭਾਗ ਪਹਿਲਾ, ਇੰਪੀਰੀਅਲ ਨਵੀਂ ਦਿੱਲੀ ਦਾ ਨਿਰਮਾਣ, ਯਾਨੀ ਕਿ 1911 ਵਿੱਚ ਰਾਜਧਾਨੀ ਦੀ ਤਬਦੀਲੀ। ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਟਾਈਮਲਾਈਨ ਤੇ ਨਜ਼ਰ ਮਾਰਦੇ ਹਾਂ। ਇਹ ਸਾਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਸਥਾਨਕ ਸ਼ਿਕਾਇਤ ਬਹੁਤ ਹੀ ਤੇਜ਼ੀ ਨਾਲ ਇੱਕ ਵੱਡੀ ਰਾਸ਼ਟਰੀ ਲਹਿਰ ਵਿੱਚ ਬਦਲ ਗਈ। 1911 ਵਿੱਚ ਰਾਜਧਾਨੀ ਦੀ ਤਬਦੀਲੀ ਤੋਂ ਲੈ ਕੇ 1914 ਵਿੱਚ ਕੰਧ ਦੇ ਢਾਹੇ ਜਾਣ, 1920 ਦਾ ਉਹ ਇਤਿਹਾਸਿਕ ਅਲਟੀਮੇਟਮ ਅਤੇ ਅੰਤ ਵਿੱਚ 1925 ਦਾ ਗੁਰਦੁਆਰਾ ਐਕਟ, ਇਹ ਸਭ ਦਰਸਾਉਂਦਾ ਹੈ ਕਿ ਇਹ ਸਾਰੀਆਂ ਘਟਨਾਵਾਂ ਕਿੰਨੀ ਤੇਜ਼ੀ ਨਾਲ ਵਾਪਰੀਆਂ ਸਨ। ਤਾਂ ਅਸਲ ਵਿੱਚ ਹੋਇਆ ਕੀ ਸੀ? 1911 ਵਿੱਚ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਕਲਕੱਤੇ ਤੋਂ ਦਿੱਲੀ ਤਬਦੀਲ ਕਰਨ ਦਾ ਵੱਡਾ ਫੈਸਲਾ ਕੀਤਾ। ਉਹਨਾਂ ਦਾ ਮੁੱਖ ਮਕਸਦ ਸੀ ਇੰਪੀਰੀਅਲ ਦਿੱਲੀ ਦਾ ਨਿਰਮਾਣ, ਜਿਸ ਨੂੰ ਅੱਜ ਅਸੀਂ ਲੂਟੀਅਨਸ ਦਿੱਲੀ ਦੇ ਨਾਂ ਨਾਲ ਜਾਣਦੇ ਹਾਂ। ਬ੍ਰਿਟਿਸ਼ ਨਜ਼ਰੀਏ ਤੋਂ ਦੇਖੀਏ ਤਾਂ ਇਹ ਨਿਰਮਾਣ ਉਹਨਾਂ ਦੇ ਫੈਲੇ ਹੋਏ ਸਰਕਾਰੀ ਕੰਮਕਾਜ ਅਤੇ ਵਿਸ਼ਾਲ ਪ੍ਰਸ਼ਾਸਕੀ ਮਸ਼ੀਨਰੀ ਲਈ ਬਹੁਤ ਜ਼ਰੂਰੀ ਸੀ। ਵਾਇਸਰਾਏ ਹਾਊਸ ਅਤੇ ਸਕੱਤਰੀਅਤ ਵਰਗੀਆਂ ਵੱਡੀਆਂ ਇਮਾਰਤਾਂ ਬਣਾਉਣੀਆਂ ਸਨ ਤੇ ਉਹਨਾਂ ਦਾ ਪੂਰਾ ਧਿਆਨ ਇਨ੍ਹਾਂ ਇਮਾਰਤਾਂ ਦੀ ਸ਼ਾਨਦਾਰ ਦਿੱਖ ਅਤੇ ਸੁੰਦਰਤਾ ਤੇ ਟਿਕਿਆ ਹੋਇਆ ਸੀ। ਪਰ ਇੱਥੇ ਇੱਕ ਵੱਡੀ ਸਮੱਸਿਆ ਆ ਗਈ। ਅੰਗਰੇਜ਼ਾਂ ਦੀ ਇਸ ਵਿਸ਼ਾਲ ਅਤੇ ਸ਼ਾਨਦਾਰ ਯੋਜਨਾ ਦੇ ਬਿਲਕੁਲ ਰਾਹ ਵਿੱਚ ਇੱਕ ਬਹੁਤ ਹੀ ਪਵਿੱਤਰ ਸਥਾਨ ਆ ਰਿਹਾ ਸੀ, ਗੁਰਦੁਆਰਾ ਰਕਾਬਗੰਜ ਸਾਹਿਬ। ਇਹ ਕੋਈ ਆਮ ਜਗ੍ਹਾ ਨਹੀਂ ਹੈ, ਬਲਕਿ ਇਹ ਉਹ ਇਤਿਹਾਸਿਕ ਅਤੇ ਪਵਿੱਤਰ ਸਥਾਨ ਹੈ ਜਿੱਥੇ 1675 ਵਿੱਚ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ। ਇਸ ਸਥਾਨ ਦੀ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਬਹੁਤ ਹੀ ਡੂੰਘੀ ਹੈ ਅਤੇ ਇਹ ਜਗ੍ਹਾ ਬਿਲਕੁਲ ਉਸ ਪ੍ਰਸਤਾਵਿਤ ਸੜਕ ਦੇ ਰਸਤੇ ਵਿੱਚ ਆਉਂਦੀ ਸੀ ਜੋ ਨਏ ਬਣਨ ਵਾਲੇ ਸਕੱਤਰੇਤ ਵੱਲ ਜਾਣੀ ਸੀ। ਭਾਗ ਦੂਜਾ, ਪਵਿੱਤਰ ਕੰਧ ਨੂੰ ਢਾਹੁਣਾ, 1914 ਦਾ ਨਜ਼ਰੀਆ ਦਾ ਟਕਰਾਓ। ਹੁਣ ਇਸ ਨੰਬਰ ਵੱਲ ਧਿਆਨ ਦਿਓ, 400। 1914 ਦੀ ਸ਼ੁਰੂਆਤ ਵਿੱਚ ਦਿੱਲੀ ਦੇ ਚੀਫ ਕਮਿਸ਼ਨਰ ਦੇ ਹੁਕਮਾਂ ਹੇਠ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰੀ ਬਾਗ ਦੀ ਕੰਧ ਦਾ ਪੂਰੇ 400 ਫੁੱਟ ਦਾ ਹਿੱਸਾ ਢਾਹ ਦਿੱਤਾ ਗਿਆ। ਇਹ ਕੋਈ ਮਾਮੂਲੀ ਕਾਰਵਾਈ ਨਹੀਂ ਸੀ। ਇਹ ਸਿੱਧੇ ਤੌਰ ਤੇ ਉਸ ਪਵਿੱਤਰ ਸਥਾਨ ਦੀ ਪਵਿੱਤਰਤਾ ਅਤੇ ਉਸ ਦੀ ਹੱਦਬੰਦੀ ਨੂੰ ਤੋੜਨ ਵਾਲਾ ਕਦਮ ਸੀ। ਅਤੇ ਇਹ ਗੱਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਰਸਾਉਂਦੀ ਹੈ ਕਿ ਕਿਵੇਂ ਦੋ ਬਿਲਕੁਲ ਵੱਖਰੇ ਨਜ਼ਰੀਏ ਇੱਥੇ ਆਪਸ ਵਿੱਚ ਟਕਰਾ ਰਹੇ ਸਨ। ਇੱਕ ਪਾਸੇ ਬ੍ਰਿਟਿਸ਼ ਪ੍ਰਸ਼ਾਸਨ ਸੀ, ਜਿਸ ਲਈ ਇਹ ਸਿਰਫ ਇੱਕ ਮਾਮੂਲੀ ਜਿਹਾ ਆਰਕੀਟੈਕਚਰਲ ਬਦਲਾਵ ਸੀ ਤਾਂ ਜੋ ਸੜਕ ਸਿੱਧੀ ਬਣ ਸਕੇ ਅਤੇ ਨਜ਼ਾਰਾ ਸੁੰਦਰ ਲੱਗੇ। ਪਰ ਦੂਜੇ ਪਾਸੇ ਸਿੱਖ ਭਾਈਚਾਰੇ ਲਈ ਇਹ ਕੰਧ ਕੋਈ ਆਮ ਇੱਟਾਂ ਦਾ ਢਾਂਚਾ ਨਹੀਂ ਸੀ। ਇਹ ਇੱਕ ਸ਼ਹੀਦ ਗੁਰੂ ਸਾਹਿਬ ਨੂੰ ਸਮਰਪਿਤ ਪਵਿੱਤਰ ਸਥਾਨ ਦਾ ਹਿੱਸਾ ਸੀ ਅਤੇ ਇਸ ਨੂੰ ਢਾਹੁਣਾ ਸਿੱਧੀ ਤੌਰ ਤੇ ਬੇਅਦਬੀ ਸੀ। ਭਾਗ ਤੀਜਾ, ਸ਼ਹੀਦਾਂ ਦਾ ਮਾਰਚ, ਸਥਾਨਿਕ ਸ਼ਿਕਾਇਤ ਤੋਂ ਲੈ ਕੇ ਇੱਕ ਰਾਸ਼ਟਰੀ ਮੁੱਦੇ ਤੱਕ ਦਾ ਸਫ਼ਰ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਵਿਰੋਧ ਨੇ ਬਹੁਤ ਤੇਜ਼ੀ ਨਾਲ ਜ਼ੋਰ ਫੜਿਆ। ਕਦਮ ਦਰ ਕਦਮ ਇਹ ਲਹਿਰ ਕਿਵੇਂ ਵਧੀ, ਆਓ ਸਮਝਦੇ ਹਾਂ। ਸਭ ਤੋਂ ਪਹਿਲਾਂ ਚੀਫ ਖਾਲਸਾ ਦੀਵਾਨ ਨੇ ਸਰਕਾਰ ਕੋਲ ਇਤਰਾਜ਼ ਦਰਜ ਕਰਵਾਇਆ, ਪਰ ਸਰਕਾਰ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ। ਫਿਰ ਲਾਇਲਪੁਰ ਦੇ ਹਰਚੰਦ ਸਿੰਘ ਜੀ ਨੇ ਸਿੱਖ ਵਿਦਿਅਕ ਕਾਨਫਰੰਸ ਵਿੱਚ ਇਸ ਮੁੱਦੇ ਨੂੰ ਚੁੱਕਿਆ, ਜਿਸ ਨਾਲ ਇਹ ਇੱਕ ਰਾਸ਼ਟਰੀ ਚਰਚਾ ਬਣ ਗਿਆ। ਅਤੇ ਫਿਰ ਆਖਿਰਕਾਰ 1920 ਤੱਕ ਆਉਂਦੇ-ਆਉਂਦੇ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੈਂਟਰਲ ਸਿੱਖ ਲੀਗ ਨੇ ਮਿਲ ਕੇ ਬ੍ਰਿਟਿਸ਼ ਸਰਕਾਰ ਨੂੰ ਇੱਕ ਸਿੱਧਾ ਅਲਟੀਮੇਟਮ ਜਾਰੀ ਕਰ ਦਿੱਤਾ। इसी संघर्ष दौरान एक बहुत ही ऐतिहासिक और अहम शब्द उभर के सामने आया, शहीदी जत्था। ਅਸਲ ਵਿੱਚ ਇਹ 100 ਵਲੰਟੀਅਰਾਂ ਦਾ ਇੱਕ ਐਸਾ ਜੱਥਾ ਸੀ ਜਿਸਨੇ ਇਹ ਪ੍ਰਣ ਲਿਆ ਕਿ ਉਹ ਦਿੱਲੀ ਵੱਲ ਮਾਰਚ ਕਰਨਗੇ ਔਰ ਆਪਣੇ ਹੱਥਾਂ ਨਾਲ ਉਸ ਕੰਧ ਨੂੰ ਦੁਬਾਰਾ ਉਸਾਰਨਗੇ। ਔਰ ਕਮਾਲ ਦੀ ਗੱਲ ਇਹ ਸੀ ਕਿ ਉਹ ਪੂਰੀ ਤਰ੍ਹਾਂ ਸ਼ਾਂਤਮਈ ਰਹਿਣ ਔਰ ਲੋੜ ਪੈਣ ਤੇ ਬ੍ਰਿਟਿਸ਼ ਗੋਲੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਸਨ। ਇਹ ਇੱਕ ਵੱਡਾ ਇਤਿਹਾਸਿਕ ਮੋੜ ਸੀ ਜਿਸਨੇ ਸਿੱਖ ਭਾਈਚਾਰੇ ਨੂੰ ਜਥੇਬੰਦਕ ਅਤੇ ਅਹਿੰਸਕ ਵਿਰੋਧ ਦੇ ਇੱਕ ਨਵੇਂ ਰਾਹ ਤੇ ਤੋੜ ਦਿੱਤਾ।
ਇੱਥੇ ਸਾਨੂੰ ਉਸ ਸਮੇਂ ਦੇ ਵੱਡੇ ਇਤਿਹਾਸਿਕ ਹਾਲਾਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ, ਕਿਉਂਕਿ ਤਣਾਅ ਲਗਾਤਾਰ ਵੱਧ ਰਿਹਾ ਸੀ। ਬ੍ਰਿਟਿਸ਼ ਸਰਕਾਰ ਤੇ ਪਹਿਲਾਂ ਹੀ ਚਾਰੇ ਪਾਸਿਓਂ ਭਾਰੀ ਦਬਾਅ ਸੀ। ਪਹਿਲੀ ਵਿਸ਼ਵ ਜੰਗ ਦੇ ਪ੍ਰਭਾਵ ਕਾਰਨ ਕੰਮਾਂ ਵਿੱਚ ਦੇਰੀ ਹੋ ਰਹੀ ਸੀ। 1919 ਦੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਗੁੱਸਾ ਲੋਕਾਂ ਦੇ ਦਿਲਾਂ ਵਿੱਚ ਸੀ ਅਤੇ ਇਸ ਦੇ ਨਾਲ ਹੀ ਭਾਰਤੀ ਸੁਤੰਤਰਤਾ ਲਹਿਰ ਵੀ ਜ਼ੋਰ ਫੜ ਰਹੀ ਸੀ। ਇਹਨਾਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਬ੍ਰਿਟਿਸ਼ ਸਰਕਾਰ ਲਈ ਸਥਿਤੀ ਨੂੰ ਇੰਨਾ ਗੰਭੀਰ ਬਣਾ ਦਿੱਤਾ ਕਿ ਉਨ੍ਹਾਂ ਨੂੰ ਆਪਣੀ ਪਹੁੰਚ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਹੋਣਾ ਪਿਆ। ਆਖਰੀ ਭਾਗ, ਵਿਰੋਧ ਦੀ ਵਿਰਾਸਤ, ਜਦੋਂ ਬ੍ਰਿਟਿਸ਼ ਹਕੂਮਤ ਨੂੰ ਝੁਕਣਾ ਪਿਆ। ਹੁਣ ਇਸ ਸਲਾਈਡ ਬਾਰੇ ਜੋ ਸਭ ਤੋਂ ਦਿਲਚਸਪ ਗੱਲ ਹੈ, ਉਹ ਹੈ ਇਹ ਰਕਮ 50,000 ਰੁਪਏ। ਜੀ ਹਾਂ, ਬ੍ਰਿਟਿਸ਼ ਸਰਕਾਰ ਨੇ 50,000 ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ, ਬਿਲਕੁਲ ਉਸੇ ਕੰਧ ਨੂੰ ਦੁਬਾਰਾ ਬਣਾਉਣ ਲਈ ਜੋ ਉਹਨਾਂ ਨੇ ਖੁਦ ਢਾਈ ਸੀ। ਸਭ ਤੋਂ ਹੈਰਾਨੀਜਨਕ ਗੱਲ ਤਾਂ ਇਹ ਸੀ ਕਿ ਸ਼ਹੀਦੀ ਜੱਥੇ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਨੇ ਹਥਿਆਰ ਸੁੱਟ ਦਿੱਤੇ, ਯਾਨੀ ਹਾਰ ਮੰਨ ਲਈ ਸੀ। ਉਹਨਾਂ ਨੇ ਮਹਿਸੂਸ ਕਰ ਲਿਆ ਸੀ ਕਿ ਸਿਰਫ ਇੱਕ ਸੜਕ ਦੀ ਦਿੱਖ ਨੂੰ ਬਣਾਈ ਰੱਖਣ ਲਈ ਇੰਨੇ ਵੱਡੇ ਅਤੇ ਤਾਕਤਵਰ ਵਿਰੋਧ ਦਾ ਸਾਹਮਣਾ ਕਰਨਾ ਕੋਈ ਸਮਝਦਾਰੀ ਨਹੀਂ ਹੈ। ਇਸ ਇਕੱਲੀ ਅਹਿੰਸਕ ਜਿੱਤ ਦੇ ਪ੍ਰਭਾਵ ਬਹੁਤ ਹੀ ਡੂੰਘੇ ਅਤੇ ਸਥਾਈ ਸਨ। ਇਸ ਨੇ ਸਿੱਖ ਰਾਜਨੀਤੀ ਦੀ ਦਿਸ਼ਾ ਹੀ ਬਦਲ ਦਿੱਤੀ। ਲੀਡਰਸ਼ਿਪ ਪੁਰਾਣੇ ਅੰਗਰੇਜ਼ ਪੱਖੀ ਵਰਗ ਤੋਂ ਹਟ ਕੇ ਨਵੀਂ ਅਤੇ ਵਧੇਰੇ ਜ਼ੋਰਦਾਰ ਅਕਾਲੀ ਲੀਡਰਸ਼ਿਪ ਦੇ ਹੱਥਾਂ ਵਿੱਚ ਆ ਗਈ। ਇਸ ਤੋਂ ਇਲਾਵਾ ਇਸੇ ਸਫਲਤਾ ਨੇ ਅਕਾਲੀ ਲਹਿਰ ਨੂੰ ਜਨਮ ਦਿੱਤਾ, ਜਿਸ ਦੇ ਨਤੀਜੇ ਵਜੋਂ ਆਖਿਰਕਾਰ 1925 ਦਾ ਸਿੱਖ ਗੁਰਦੁਆਰਾ ਐਕਟ ਪਾਸ ਹੋਇਆ। ਪਰ ਸਭ ਤੋਂ ਵੱਡੀ ਗੱਲ, ਇਸ ਨੇ ਇੰਪੀਰੀਅਲ ਰਾਜਧਾਨੀ ਦੇ ਬਿਲਕੁਲ ਦਿਲ ਵਿੱਚ ਇਹ ਸਪਸ਼ਟ ਸੰਦੇਸ਼ ਦੇ ਦਿੱਤਾ ਕਿ ਸਿੱਖ ਧਾਰਮਿਕ ਪਛਾਣ ਅਤੇ ਵਿਰਾਸਤ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਸਾਰੀ ਕਹਾਣੀ ਸਾਨੂੰ ਅੰਤ ਵਿੱਚ ਇੱਕ ਬਹੁਤ ਹੀ ਅਹਿਮ ਸਵਾਲ ਪੁੱਛਣ ਲਈ ਮਜਬੂਰ ਕਰਦੀ ਹੈ। ਕਿਵੇਂ ਇੱਕ ਸਾਧਾਰਨ ਜੀ ਇੱਟਾਂ ਦੀ ਕੰਧ ਨੇ ਪੂਰੇ ਸਾਮਰਾਜ ਦੇ ਸੱਤਾ ਸਮੀਕਰਣਾਂ ਨੂੰ ਬਦਲ ਕੇ ਰੱਖ ਦਿੱਤਾ? ਜਦੋਂ ਵਿਰੋਧ ਪੂਰੀ ਤਰ੍ਹਾਂ ਸੰਗਠਿਤ, ਸ਼ਾਂਤਮਈ ਅਤੇ ਅਟੁੱਟ ਇਰਾਦੇ ਨਾਲ ਕੀਤਾ ਜਾਂਦਾ ਹੈ, ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਿਰਫ ਇੱਕ ਕੰਧ ਨਹੀਂ ਸੀ, ਬਲਕਿ ਆਪਣੀ ਵਿਰਾਸਤ ਨੂੰ ਬਚਾਉਣ ਦੀ ਇੱਕ ਅਜਿੱਤ ਤਾਕਤ ਦਾ ਪ੍ਰਤੀਕ ਸੀ।